ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਵੰਦਨੀ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਨਿਵ ਨਿਵ ਪਾਏ ਲੱਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ। ਬੋਲਹੁ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ। ਮਿਟੈ ਅਗਿਆਨ ਹੋਏ ਉਜਿਆਰਾ ਰਹਾਉ। ਰਾਵਨੀ ਰਵੈ ਬੰਧਨ ਨਹੀਂ ਟੂਟਹਿ ਵਿੱਚ ਹਉਮੈ ਭਰਮ ਨਾ ਜਾਈ। ਸਤਿਗੁਰ ਮਿਲੈ ਤਾਂ ਹਉਮੈ ਟੂਟੈ ਤਾਂ ਕੋ ਲੇਖੈ ਪਾਈ। ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਧਾਰੇ। ਭਗਤ ਬਛਲ ਜਗ ਜੀਵਨ ਦਾਤਾ ਮਤ ਗੁਰਮਤਿ ਹਰ ਨਿਸਤਾਰੇ। ਮਨ ਸਿਉ ਜੂਝ ਮਰੈ ਪ੍ਰਭ ਪਾਏ ਮਨਸਾ ਮਨਹਿ ਸਮਾਏ। ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਏ। ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 353 ਅੰਗ ਤੇ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਨਿਵ ਨਿਵ ਪਾਏ ਲੱਗੋ ਗੁਰ ਆਪਣੇ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਆਪਣੇ ਗੁਰ ਸਤਿਗੁਰ ਸਾਹਿਬ ਜੀ ਦੇ ਪਾਏ ਚਰਨਾਂ ਉੱਪਰ
ਦੇਹ ਦੇ ਅਭਿਮਾਨ ਗੁਣਾਂ ਦੇ ਅਭਿਮਾਨ ਨੂੰ ਛੱਡ ਕੇ ਨਿਭ ਨਿਭ ਝੁਕ ਝੁਕ ਕੇ ਲੱਗਣਾ ਕਰੋ। ਨਿਭ ਨਿਭ ਭਾਏ ਲੱਗੋ ਗੁਰ ਆਪਣੇ, ਹੈ ਭਾਈ ਆਪਣੇ ਗੁਰੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਦੇਹ ਦੇ ਅਭਿਮਾਨ ਹੰਕਾਰ ਨੂੰ, ਦੇਹ ਦੇ ਗੁਣਾਂ ਨੂੰ ਛੱਡ ਕੇ ਨਿਭ ਨਿਭ ਝੁਕ ਝੁਕ ਕੇ ਚਰਨਾਂ ਦੇ ਨਾਲ ਲੱਗਣਾ ਕਰੋ। ਜਿਨ੍ਹਾਂ ਦੀ ਕਿਰਪਾ ਕਰਕੇ ਸਾਰੇ ਆਤਮ ਰਾਮ ਨਿਹਾਰਿਆ, ਸਾਰੇ ਆਤਮ ਰਾਮ ਪਾਰ ਬ੍ਰਹਮ ਨੂੰ ਵੇਖਣਾ ਕੀਤਾ ਹੈ। ਜਿਨ੍ਹਾਂ ਦੀ ਕਿਰਪਾ ਕਰਕੇ ਸਾਰੇ ਆਤਮ ਰਾਮ ਪਰਮਾਤਮਾ ਨੂੰ ਨਿਹਾਰਿਆ ਵੇਖਣਾ ਕੀਤਾ ਹੈ ਕਿ ਜੋ ਸਾਰਿਆਂ ਵਿੱਚ ਜੀਵ ਆਤਮਾ ਹੈ, ਇਸ ਨੂੰ ਰਾਮ ਰੂਪ ਕਰਕੇ ਵੇਖ ਲਿਆ ਹੈ ਕਿ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਲੱਗਣਾ ਕਰੀਏ, ਉਸ ਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਕਰੀਏ। ਕਰਤ ਵਿਚਾਰ ਹਿਰਦੈ ਹਰ ਰਵਿਆ, ਕਿ ਜਿਹੜੇ ਸਤ ਸੰਗਤ ਦੁਆਰਾ ਗੁਰਾਂ ਨਾਲ ਮਿਲ ਕੇ ਸਤ ਸਰੂਪ ਦੀ ਵਿਚਾਰ ਕਰਤ ਕਰਦੇ ਹਨ, ਹਿਰਦੈ ਦੇਖ ਵਿਚਾਰਿਆ ਅਤੇ ਹਿਰਦੇ ਵਿੱਚ ਹੀ ਪਰਮੇਸ਼ਰ ਨੂੰ ਵਿਆਪਕ ਜਾਣਦੇ ਹਨ। ਕਰਤ ਵਿਚਾਰ ਹਿਰਦੈ ਹਰ ਰਵਿਆ, ਕਿ ਜਿਹੜੇ ਸਤ ਸੰਗਤ ਦੁਆਰਾ ਗੁਰਾਂ ਨਾਲ ਮਿਲ ਕੇ ਸਤ ਸਰੂਪ ਦੀ ਉਸ ਪਰਮੇਸ਼ਰ ਦੀ ਸਤ ਸੰਗਤ ਦੁਆਰਾ ਵਿਚਾਰ ਕਰਦੇ ਹਨ। ਹਿਰਦੈ ਦੇਖ ਵਿਚਾਰਿਆ ਅਤੇ ਹਿਰਦੇ ਵਿੱਚ ਹੀ ਪਰਮੇਸ਼ਰ ਨੂੰ ਰਵਿਆ ਵਿਆਪਕ ਜਾਣਦੇ ਹਨ। ਹਿਰਦੇ ਵਿੱਚ ਹਰੀ ਪਰਮੇਸ਼ਰ ਨੂੰ ਰਵਿਆ ਉਚਾਰਨ ਕਰਦੇ ਹਨ। ਉਹਨਾਂ ਨੇ ਸਤ ਅਸਤ ਦੀ ਵਿਚਾਰ ਕਰਕੇ ਉਸ ਸਤ ਸਰੂਪ ਨੂੰ ਹਿਰਦੇ ਵਿੱਚ ਵੇਖ ਲਿਆ ਹੈ। ਬੋਲੋ ਰਾਮ ਕਰੇ ਨਿਸਤਾਰਾ, ਹੈ ਭਾਈ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰੋ, ਉਚਾਰਨ ਕਰੋ, ਜੋ ਤੁਹਾਨੂੰ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਾਰਨਾ ਕਰੇਗਾ। ਬੋਲੋ ਰਾਮ, ਹੈ ਭਾਈ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬੋਲੋ, ਉਚਾਰਨ ਕਰੋ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰੋ। ਕਰੇ ਨਿਸਤਾਰਾ, ਜੋ ਤੁਹਾਨੂੰ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਾਰਨਾ ਕਰੇਗਾ। ਗੁਰ ਪ੍ਰਸਾਦ ਰਤਨ ਹਰ ਲਾਭੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਰਤਨ ਮਾਣਕ ਰੂਪੀ ਅਮੋਲਕ ਪਰਮੇਸ਼ਰ ਹਿਰਦੇ ਵਿੱਚੋਂ ਹੀ ਲੱਭ ਪਏਗਾ। ਜਿਹੜਾ ਪਰਮੇਸ਼ਰ ਹੈ ਅਮੋਲਕ ਹੈ, ਕਿ ਰਤਨ ਹੈ, ਮਾਣਕ ਹੈ, ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚੋਂ ਹੀ ਲੱਭ ਪਵੇਗਾ ਅਤੇ ਮਿਟੈ ਅਗਿਆਨ, ਹੋਏ ਉਜਿਆਰਾ ਅਤੇ ਅਗਿਆਨ ਮਿਟ ਜਾਏਗਾ ਤੇ ਅਪਰੋਖ ਗਿਆਨ ਦਾ ਉਜਿਆਰਾ ਪ੍ਰਕਾਸ਼ ਹੋ ਜਾਏਗਾ ਜਦ ਗੁਰਾਂ ਦੀ ਕਿਰਪਾ ਹੋ ਜਾਏਗੀ। ਰਹਾਉ ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਸਮਝਾ ਰਹੀ ਹੈ। ਰਾਵਨੀ ਰਵੈ ਬੰਧਨ ਨਹੀਂ ਟੁੱਟੇ, ਰਾਵਨੀ ਕੇ ਕਥਾਵਾਂ ਆਦਿਕ ਨੂੰ ਉਚਾਰਨ ਨਾਲ, ਰਾਵਣਾ ਉਚਾਰਨ ਕਰਨਾ ਕਿ ਜਿਵੇਂ ਰਾਵਨੀ ਕਥਾਵਾਂ ਆਦਿਕ ਨੂੰ ਉਚਾਰਨ ਨਾਲ ਜੰਮਣ ਮਰਨ ਆਦਿਕ ਦੇ ਬੰਧਨ ਜੰਜਾਲ ਟੁੱਟਦੇ ਨਹੀਂ ਹਨ। ਜੈਸੇ ਕਥਾ ਹੁੰਦੀ ਹੈ ਤੇ ਕਥਾ ਨੂੰ ਉਚਾਰਨ ਕਰਨ ਨਾਲ ਜੰਮਣ ਮਰਨ ਆਦਿਕ ਦੇ ਬੰਧਨ ਟੁੱਟਦੇ ਨਹੀਂ। ਜਿੰਨਾ ਚਿਰ ਤੱਕ ਦੇਹ ਦੇ ਅੰਦਰ ਵਿੱਚ ਹਉਮੈ ਭਰਮ ਨਾ ਜਾਈ, ਜਿੰਨਾ ਚਿਰ ਤੱਕ ਦੇਹ ਦੇ ਅੰਦਰ ਹਉਮੈ ਹੰਗਤਾ ਮਮਤਾ ਪਈ ਹੈ, ਉਤਨਾ ਚਿਰ ਤੱਕ ਭਰਮ ਸੰਸਾ ਨਹੀਂ ਜਾਂਦਾ, ਭਾਵ ਨਿਵਰਤ ਨਹੀਂ ਹੁੰਦਾ। ਜੇ ਇਸ ਜੀਵ ਦੇ ਅੰਦਰ ਹੰਗਤਾ ਮਮਤਾ ਪਈ ਹੈ, ਹੰਕਾਰ ਪਿਆ ਹੈ, ਤੇ ਕਿੰਨੀਆਂ ਵੀ ਕਥਾਵਾਂ ਕਰੀ ਜਾਵੇ, ਉਚਾਰਨ ਕਰੀ ਜਾਵੇ, ਜੰਮਣ ਮਰਨ ਦੇ ਜੰਜਾਲ ਟੁੱਟਦੇ ਨਹੀਂ। ਤੇ ਹੰਕਾਰ ਹੈ ਕਥਾ ਕਰਨ ਦਾ, ਉਹ ਵੀ ਇੱਕ ਬੰਧਨ ਬਣ ਜਾਂਦਾ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਰਾਵਨੀ ਰਵੈ ਬੰਧਨ ਨਹੀਂ ਟੂਟੇ, ਵਿੱਚ ਹਉਮੈ ਭਰਮ ਨਾ ਜਾਈ, ਕਿ ਰਾਵਨੀ ਕਥਾਵਾਂ ਆਦਿਕ ਨੂੰ
ਰਵੈ ਉਚਾਰਨ ਨਾਲ, ਤੇ ਜੰਮਣ ਮਰਨ ਆਦਿਕ ਦੇ ਜੰਜਾਲ ਬੰਧਨ ਟੁੱਟਦੇ ਨਹੀਂ, ਜਿੰਨਾ ਚਿਰ ਤੱਕ ਦੇਹ ਦੇ ਵਿੱਚ ਇਸ ਸਰੀਰ ਦੇ ਅੰਦਰ ਹੰਗਤਾ ਮਮਤਾ ਪਈ ਹੈ, ਉਤਨਾ ਚਿਰ ਤੱਕ ਭਰਮ ਸੰਸਾ ਨਹੀਂ ਜਾਂਦਾ, ਭਾਵ ਸੰਸਾ ਨਿਵਰਤ ਨਹੀਂ ਹੁੰਦਾ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ, ਜੇਕਰ ਗੁਰੂ ਸਾਹਿਬ ਜੀ ਮਿਲ ਪੈਣ, ਪੂਰਨ ਗੁਰੂ ਮਿਲ ਪੈਣ, ਗੁਰਾਂ ਦੀ ਕਿਰਪਾ ਦੁਆਰਾ ਹੀ ਹਉਮੈ ਹੰਗਤਾ ਮਮਤਾ ਦੀ ਕੰਧ ਟੁੱਟ ਜਾਂਦੀ ਹੈ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ, ਤੇ ਜੇਕਰ ਪੂਰਨ ਗੁਰੂ ਮਿਲ ਪੈਣ ਤਾਂ ਗੁਰਾਂ ਦੀ ਕਿਰਪਾ ਦੁਆਰਾ ਹੰਗਤਾ ਮਮਤਾ ਦੀ ਕੰਧ ਟੁੱਟ ਜਾਂਦੀ ਹੈ। ਤਾਂ ਕੋ ਲੇਖੈ ਪਾਈ, ਤਦ ਹੀ ਕੋਈ ਲੇਖੇ ਹਿਸਾਬ ਕਿਤਾਬ ਵਿੱਚ ਮਹਾਰਾਜ ਜੀ ਦੀ ਪ੍ਰਵਾਨਗੀ ਵਿੱਚ ਪੈਂਦਾ ਹੈ। ਜੇ ਗੁਰੂ ਦੀ ਕਿਰਪਾ ਦੁਆਰਾ ਹੰਗਤਾ ਮਮਤਾ ਦੀ ਕੰਧ ਟੁੱਟ ਜਾਏ, ਨਹੀਂ ਇਹ ਜੀਵ ਹੰਗਤਾ ਮਮਤਾ ਦੇ ਵਿੱਚ ਹੀ ਉਲਝਿਆ ਪਿਆ ਹੈ, ਹੰਕਾਰ ਦੇ ਵਿੱਚ ਹੀ। ਜੇ ਇਹ ਟੁੱਟ ਜਾਵੇ, ਹੰਕਾਰ ਦੀ ਕੰਧ ਅੰਦਰ ਬਣੀ ਹੈ, ਤਾਂ ਕੋ ਲੇਖੈ ਪਾਈ, ਤਾਂ ਕੋਈ ਲੇਖੇ ਹਿਸਾਬ ਵਿੱਚ ਮਹਾਰਾਜ ਜੀ ਦੀ ਪ੍ਰਵਾਨਗੀ ਵਿੱਚ ਪੈਂਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਹਰ ਹਰ ਨਾਮ ਭਗਤ ਪਿਰ ਪ੍ਰੀਤਮ, ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਦਾ ਨਾਮ ਜਪਣਾ ਹੈ। ਹਰ ਹਰ ਨਾਮ ਭਗਤ ਪਿਰ ਪ੍ਰੀਤਮ, ਕਿ ਜੋ ਸਭ ਨੂੰ ਹਰ ਹਰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਦਾ ਨਾਮ ਜਪਣਾ ਹੈ। ਭਗਤ ਪਿਰ ਪ੍ਰੀਤਮ, ਅਤੇ ਭਗਤ ਭਗਤੀ ਕਰਨੀ ਹੈ। ਇਹ ਪ੍ਰੀਤਮ ਪਿਆਰੇ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ। ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਹੈ। ਅਤੇ ਭਗਤ ਪਿਰ ਪ੍ਰੀਤਮ, ਅਤੇ ਭਗਤ ਭਗਤੀ ਕਰਨੀ ਹੈ। ਇਹ ਪ੍ਰੀਤਮ ਪਿਆਰੇ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਭਗਤੀ ਕਰਨੀ। ਇਸ ਕਰਕੇ ਸੁਖ ਸਾਗਰ ਉਰ ਧਾਰੇ, ਇਸ ਕਰਕੇ ਸੁੱਖਾਂ ਦਾ ਸਮੁੰਦਰ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ, ਤਾਂ ਹੀ ਪਰਮੇਸ਼ਰ ਆਪਣੇ ਨਾਲ ਜੀਵ ਨੂੰ ਇੱਕ ਮਿੱਕ ਕਰ ਲੈਂਦਾ ਹੈ। ਭਗਤ ਬਚਲ ਜਗ ਜੀਵਨ ਦਾਤਾ, ਉਹ ਪਰਮੇਸ਼ਰ ਭਗਤ ਭਗਤੀ ਕਰਨ ਵਾਲੇ ਭਗਤਾਂ ਦਾ ਬਚਲ ਹੁੰਦਾ ਪਿਆਰਾ, ਅਤੇ ਜਗ ਜੀਵਨ ਜਗਤ ਦਾ ਜੀਵਨ ਰੂਪ ਦਾਤਾ ਦਾਨੀ ਹੈ। ਮਤ ਗੁਰਮਤ ਹਰ ਨਿਸਤਾਰੇ, ਮਤ ਬੁੱਧੀ ਦੇ ਅੰਦਰ ਗੁਰਮਤ ਗੁਰਾਂ ਦੀ ਸਿੱਖਿਆ ਧਾਰਨ ਕਰੇ, ਤਾਂ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੰਦਾ ਹੈ। ਭਗਤ ਬਚਲ ਜਗ ਜੀਵਨ ਦਾਤਾ, ਉਹ ਪਰਮੇਸ਼ਰ ਭਗਤ ਭਗਤੀ ਕਰਨ ਵਾਲੇ ਭਗਤਾਂ ਦਾ ਬਚਲ ਪਿਆਰਾ, ਅਤੇ ਜਗ ਜੀਵਨ ਦਾਤਾ ਜਗਤ ਦਾ ਜੀਵਨ ਰੂਪ ਦਾਤਾ ਦਾਨੀ ਹੈ। ਮਤ ਗੁਰਮਤ ਹਰ ਨਿਸਤਾਰੇ, ਕਿ ਮਤ ਬੁੱਧੀ ਦੇ ਅੰਦਰ ਗੁਰਮਤ ਗੁਰੂ ਦੀ ਸਿੱਖਿਆ ਧਾਰਨ ਕਰੇ, ਤਾਂ ਹਰ ਨਿਸਤਾਰੇ ਹਰੀ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੰਦਾ ਹੈ। ਮਨ ਸਿਉ ਜੂਝ ਮਰੈ, ਜਿਹੜਾ ਮਨ ਦੇ ਨਾਲ ਜੂਝ ਲੜ ਕੇ ਜੀਵਤ ਭਾਵ ਤੋਂ ਮਰ ਜਾਵੇ, ਉਹ ਪ੍ਰਭ ਪਾਏ, ਉਹ ਪ੍ਰਭੂ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦਾ ਹੈ। ਮਨ ਸਿਉ ਜੂਝ ਮਰੈ, ਜਿਹੜਾ ਮਨ ਦੇ ਨਾਲ ਜੂਝ ਲੜ ਕੇ ਜੀਵਤ ਭਾਵ ਤੋਂ ਮਰ ਜਾਵੇ, ਪ੍ਰਭ ਪਾਵੈ, ਉਹ ਪ੍ਰਭੂ ਅਕਾਲ ਪੁਰਖ ਨੂੰ ਪਾਵੈ ਪ੍ਰਾਪਤ ਕਰ ਲੈਂਦਾ ਹੈ। ਤੇ ਮਨਸਾ ਮਨ ਹੀ ਸਮਾਏ, ਮਨਸਾ ਮਨ ਦੀਆਂ ਬਾਸ਼ਨਾ ਮਨ ਵਿੱਚ ਹੀ ਸਮਾ ਜਾਂਦੀਆਂ ਹਨ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਕਿਰਪਾ ਕਰੇ ਜਗ ਜੀਵਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਉੱਪਰ ਜਗ ਜੀਵਨ ਜਗਤ ਦਾ ਜੀਵਨ ਰੂਪ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸਹਿਜ ਭਾਏ ਲਿਵ ਲਾਏ, ਉਹ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਭਾਏ ਪ੍ਰਕਾਸ਼ ਸਰੂਪ ਵਿੱਚ ਬਿਰਤੀ ਲਾਉਂਦੇ ਹਨ। ਨਾਨਕ ਕਿਰਪਾ ਕਰੇ ਜਗ ਜੀਵਨ, ਕਿ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਉੱਪਰ ਜਗ ਜੀਵਨ ਜਗਤ ਦਾ ਜੀਵਨ ਰੂਪ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਉਹ ਸਹਿਜ ਭਾਏ ਲਿਵ ਲਾਏ, ਉਹ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਭਾਏ ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਲਾਉਂਦੇ ਹਨ। ਆਸਾ ਮਹੱਲਾ ਪਹਿਲਾ। ਕਿਸ ਕੋ ਕਹੇ ਸੁਣਾਵਹਿ ਕਿਸ ਕੋ, ਕਿਸ ਸਮਝਾਵੇ ਸਮਝ ਰਹੇ। ਕਿਸੇ ਪੜ੍ਹਾਵਹਿ ਪਾੜ ਗੁਣ ਬੂਝੇ, ਸ਼ਬਦ ਸਤਿਗੁਰ ਸ਼ਬਦ ਸੰਤੋਖ ਰਹੇ। ਐਸਾ ਗੁਰਮਤਿ ਰਮਤ ਸਰੀਰਾ, ਹਰਿ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਕਿਸ ਕੋ ਕਹੇ ਸੁਣਾਵਹਿ ਕਿਸ ਕੋ। ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਗੁਰਮੁਖ ਜਨ ਜੀਵਨ ਮੁਕਤੀ ਪ੍ਰਾਪਤ ਕਰਕੇ ਮਸਤ ਹੋਏ ਹਨ, ਉਹ ਕਿਸੇ ਨੂੰ ਕੀ ਕਹਿਣ ਕੇ ਸੰਗਤ ਕਰਿਆ ਕਰੋ। ਕਿਸੇ ਨੂੰ ਕੀ ਕਥਾ ਵਾਰਤਾ ਸੁਣਾਉਣ ਅਤੇ ਕਿਸੇ ਨੂੰ ਕੀ ਸ਼ੁਭ ਸਿੱਖਿਆ ਸਮਝਾਉਣ, ਉਹ ਤਾਂ ਆਪ ਹੀ ਸਮਝ ਰਹੇ ਹਨ। ਕਿਸ ਕੋ ਕਹੇ ਸੁਣਾਵਹਿ ਕਿਸ ਕੋ, ਕਿਸ ਸਮਝਾਵੇ ਸਮਝ ਰਹੇ। ਕਿ ਉਹ ਕਿਸੇ ਤਾਈਂ ਕੀ ਕਿਸੇ ਤਾਈਂ ਤਾਂ ਕਹਿੰਦੇ ਹਨ। ਕਿਸ ਕੋ ਕਹੇ ਸੁਣਾਵਹਿ ਕਿਸ ਕੋ, ਕਿ ਉਹ ਕਿਸੇ ਤਾਈਂ ਤਾਂ ਕਹਿੰਦੇ ਹਨ ਕਿ ਵਿਵੇਕ ਧਾਰਿਆ ਕਰ। ਕਿਸੇ ਦੇ ਤਾਈਂ ਸੁਣਾਉਂਦੇ ਹਨ ਕਿ ਬੈਰਾਗ ਧਾਰਨ ਕਰ। ਕਿਸੇ ਨੂੰ ਸਮਝਾਉਂਦੇ ਹਨ ਕਿ ਸ਼ਰਾਵਣ ਕਰਿਆ ਕਰ। ਕਿਸੇ ਨੂੰ ਕਹਿੰਦੇ ਹਨ ਕਿ ਮੰਨਣ ਕਰਕੇ ਸਮਝ ਵਿੱਚ ਰਿਹਾ ਕਰ। ਕਿਸੇ ਪੜ੍ਹਾਵੇ ਪੜ੍ਹ ਗੁਣ ਬੁੱਝੇ, ਕਿ ਕਿਸੇ ਦੇ ਤਾਈਂ ਪੜ੍ਹਾਉਂਦੇ ਹਨ ਕਿ ਨਿਧਿਆਸਣ ਕਰਿਆ ਕਰ। ਕਈ ਪੜ੍ਹ ਕਰਕੇ ਭਾਵ ਤੱਤ ਤੋਏ ਦਾ ਸੰਬੋਧਨ ਕਰਕੇ ਗੁਣ ਬੂਝੇ, ਗੁਣ ਰਤਨ ਰੂਪੀ ਗਿਆਨ ਸਰੂਪ ਨੂੰ ਬੁੱਝ ਭਾਵ ਸਮਝ ਲੈਂਦੇ ਹਨ। ਇਉਂ ਸਤਿਗੁਰ ਸ਼ਬਦ ਸੰਤੋਖ ਰਹੇ। ਇਉਂ ਗੁਰਮੁਖ ਜਾਨ ਸਤਿਗੁਰ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਵਿੱਚ ਰਹਿੰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ ਕਿ ਸਤਿਗੁਰ ਸ਼ਬਦ ਸੰਤੋਖ ਰਹੇ। ਇਉਂ ਗੁਰਮੁਖ ਜਨ ਸਤਿਗੁਰ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਵਿੱਚ ਰਹਿੰਦੇ ਹਨ, ਸੰਤੋਖ ਦੇ ਵਿੱਚ ਰਹਿੰਦੇ ਹਨ। ਐਸਾ ਗੁਰਮਤਿ ਰਮੋ ਰਮਤ ਸਰੀਰਾ, ਐਸਾ ਗੁਰਮਤਿ ਰਮਤ ਸਰੀਰਾ, ਅਜਿਹਾ ਪਰਮੇਸ਼ਰ ਜੋ ਸਾਰਿਆਂ ਸਰੀਰਾਂ ਦੇਹਾਂ ਵਿੱਚ ਰਮਤ ਰਮਿਆ ਹੋਇਆ ਹੈ। ਉਸ ਨੂੰ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਉਚਾਰਨਾ ਕਰੋ। ਜੋ ਪਰਮੇਸ਼ਰ ਸਾਰਿਆਂ ਸਰੀਰਾਂ ਵਿੱਚ ਸਾਰੀਆਂ ਦੇਹਾਂ ਵਿੱਚ ਰਮਤ ਰਮਿਆ ਹੋਇਆ ਹੈ, ਉਸ ਨੂੰ ਗੁਰੂ ਦੀ ਸਿੱਖਿਆ ਦੁਆਰਾ ਉਚਾਰਨਾ ਕਰੋ। ਹਰਿ ਭਜ ਮਨ ਹਰਿ ਭਜ ਮੇਰੇ ਮਨ ਗਹਿਰ ਗੰਭੀਰਾ, ਕਿ ਹੇ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਭਜ ਹੁੰਦਾ ਜਾਪਣਾ ਕਰ। ਗਹਿਰ ਗੰਭੀਰਾ, ਜੋ ਗਹਿਰ ਨਿਰਹਲ ਅਤੇ ਗੰਭੀਰਾ ਅਥਾਹ ਹੈ। ਗਹਿਰ ਗੰਭੀਰਾ ਡੂੰਘੇ ਤੋਂ ਡੂੰਘਾ ਹੈ। ਉਸ ਪਰਮੇਸ਼ਰ ਨੂੰ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਅਨੰਤ ਤਰੰਗ ਭਗਤ ਹਰ ਰੰਗਾ, ਜਿਸ ਪਰਮੇਸ਼ਰ ਦੀਆਂ ਬ੍ਰਹਿਮੰਡ ਰੂਪੀ ਅੰਤ ਬੇਅੰਤ ਤਰੰਗਾਂ ਹਨ, ਲਹਿਰਾਂ ਹਨ, ਜੋ ਉਸ ਪਰਮੇਸ਼ਰ ਦੀ ਭਗਤ ਹਰ ਰੰਗਾ ਭਗਤੀ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ। ਕਿ ਅਨੰਤ ਤਰੰਗ ਭਗਤ ਹਰ ਰੰਗਾ, ਕਿ ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਰੂਪੀ ਸਮੁੰਦਰ ਵਿੱਚ ਸ਼ਾਂਤੀ ਖਿਮਾ ਸਰਦਾ ਆਦਿਕ ਸ਼ੁਭ ਗੁਣਾ ਰੂਪੀ ਅੰਤ ਬੇਅੰਤ ਤਰੰਗਾਂ ਲਹਿਰਾਂ ਉੱਠ ਰਹੀਆਂ ਹਨ, ਉਹ ਭਗਤ ਹਰ ਰੰਗਾ, ਉਹ ਭਗਤੀ ਕਰਕੇ ਅਕਾਲ ਪੁਰਖ ਦੇ ਆਨੰਦ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਆਨੰਦਨ ਸੂਚੇ ਹਰ ਗੁਣ ਸੰਗਾ, ਉਹ ਭਗਤੀ ਕਰਕੇ ਅਕਾਲ ਪੁਰਖ ਦੇ ਆਨੰਦ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਗੁਣ
ਸੰਗਾ, ਗੁਣ ਸੰਗਾ ਸਾਥ ਹਨ। ਉਹ ਅਨ ਦਿਨ ਰਾਤ ਦਿਨ ਸੂਚੇ ਪਵਿੱਤਰ ਰਹਿੰਦੇ ਹਨ। ਅਨ ਦਿਨ ਸੂਚੇ ਹਰ ਗੁਣ ਸੰਗਾ, ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਗੁਣ ਸ਼ੁਭ ਗੁਣਾਂ ਦਾ ਸਾਥ ਹੈ, ਉਹ ਅਨ ਦਿਨ ਰਾਤ ਦਿਨ ਸੂਚੇ ਰਹਿੰਦੇ ਹਨ, ਪਵਿੱਤਰ ਰਹਿੰਦੇ ਹਨ। ਮਿਥਿਆ ਜਨਮ ਸਾਕਤ ਸੰਸਾਰਾ, ਕਿ ਸੰਸਾਰਾ ਜਗਤ ਵਿੱਚ ਸਾਕਤ ਕਠੋਰ ਚਿੱਤ ਸ਼ਕਤੀ ਦੇ ਉਪਾਸਕਾਂ ਦਾ ਮਨੁੱਖਾ ਜਨਮ ਬਿਰਥਾ ਹੀ ਹੈ। ਮਿਥਿਆ ਹੈ, ਬੇਅਰਥ ਹੀ ਹੈ, ਝੂਠਾ ਹੈ। ਮਿਥਿਆ ਜਨਮ ਸਾਕਤ ਸੰਸਾਰਾ, ਕਿ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਕਠੋਰ ਚਿੱਤ ਦੇ ਉਪਾਸਕਾਂ ਦਾ ਮਨੁੱਖਾ ਜਨਮ ਝੂਠਾ ਹੈ, ਬੇਅਰਥ ਹੀ ਹੈ। ਕਿਉਂਕਿ RAM ਭਗਤ ਜਨ ਰਹਿ ਨਿਆਰਾ। RAM ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨ ਨਿਸਤਾਰਾ ਨਿਰਲੇਪ ਰਹਿੰਦੇ ਹਨ। ਕਠੋਰ ਚਿੱਤ ਵਾਲੇ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਰਹਿ ਜਾਂਦੇ ਹਨ। ਇਸੇ ਕਰਕੇ ਜੋ ਕਠੋਰ ਚਿੱਤ ਵਾਲੇ ਹਨ, ਉਹਨਾਂ ਦਾ ਜਨਮ ਬੇਅਰਥ ਜਾਂਦਾ ਹੈ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਜਨ ਜਿਹੜੇ ਨਿਰਲੇਪ ਰਹਿੰਦੇ ਹਨ, ਸੂਚੀ ਕਾਇਆ ਹਰ ਗੁਣ ਗਾਇਆ, ਕਿ ਜਿਨ੍ਹਾਂ ਨੇ ਪਰਮੇਸ਼ਰ ਦੀਆਂ ਸਿਫਤਾਂ ਤਾਈਂ ਗਾਉਣਾ ਕੀਤਾ ਹੈ, ਉਹਨਾਂ ਦੀ ਕਾਇਆ, ਉਹਨਾਂ ਦੀ ਦੇਹੀ, ਉਹਨਾਂ ਦੀ ਬੁੱਧੀ ਪਵਿੱਤਰ ਹੋ ਗਈ ਹੈ। ਸੂਚੀ ਕਾਇਆ ਹਰ ਗੁਣ ਗਾਇਆ, ਜਿਨ੍ਹਾਂ ਨੇ ਪਰਮੇਸ਼ਰ ਦੀਆਂ ਸਿਫਤਾਂ ਤਾਈਂ ਗਾਉਣਾ ਕੀਤਾ ਹੈ, ਉਹਨਾਂ ਦੀ ਕਾਇਆ, ਦੇਹੀ, ਸਰੀਰ ਤੇ ਬੁੱਧੀ ਪਵਿੱਤਰ ਹੋ ਗਈ ਹੈ। ਆਤਮ ਚੀਨ ਰਹਿ ਲਿਵਲਾਇਆ, ਉਹ ਆਤਮ ਬ੍ਰਹਮ ਨੂੰ ਚੀਨ ਹੁੰਦਾ ਜਾਣ ਕਰਕੇ ਹਰ ਵੇਲੇ ਉਸ ਵਿੱਚ ਬਿਰਤੀ ਲਾਈ ਰੱਖਦੇ ਹਨ। ਇਸੇ ਕਰਕੇ ਉਹਨਾਂ ਦੀ ਦੇਹੀ ਤੇ ਬੁੱਧੀ ਪਵਿੱਤਰ ਹੋ ਜਾਂਦੀ ਹੈ। ਆਦ ਅਪਾਰ ਅਪਰੰਪਰ ਹੀਰਾ, ਜੋ ਸਾਰੇ ਜਗਤ ਦਾ ਆਦ ਮੁੱਢ ਰੂਪ, ਅਪਰੰਪਰ ਸਿਲਸਿਲੇ ਤੋਂ ਰਹਿਤ, ਪ੍ਰਕਿਰਤੀ ਤੇ ਉਹ ਪ੍ਰਕਿਰਤੀ ਦਾ ਪਰਾਰੂਪ ਹੈ। ਅਪਾਰ ਪਾਰਾਵਾਰ ਤੋਂ ਰਹਿਤ ਹੈ, ਅਤੇ ਹੀਰੇ ਦੀ ਨਿਆਈ ਸਭੰ ਪ੍ਰਕਾਸ਼ ਸਰੂਪ ਹੈ। ਲਾਲ ਰਤਾ ਮੇਰਾ ਮਨ ਧੀਰਾ, ਉਸ ਦੇ ਲਾਲ ਪਿਆਰੇ, ਉਸ ਦੇ ਲਾਲ ਪਿਆਰ ਵਿੱਚ ਰੰਗਿਆ ਹੋਇਆ ਸਾਡਾ ਮਨ ਧੀਰਜਤਾ ਦੇ ਸਹਿਤ ਹੋਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਆਦ ਅਪਾਰ ਅਪਰੰਪਰ ਹੀਰਾ, ਜੋ ਸਾਰੇ ਜਗਤ ਦਾ ਆਦ ਮੁੱਢ ਰੂਪ, ਅਪਰੰਪਰ ਸਿਲਸਿਲੇ ਤੋਂ ਰਹਿਤ, ਪ੍ਰਕਿਰਤੀ ਦਾ ਪਰਾਰੂਪ, ਪਾਰਾਵਾਰ ਤੋਂ ਰਹਿਤ, ਅਤੇ ਹੀਰੇ ਦੀ ਨਿਆਈ ਸੁਭੰ ਪ੍ਰਕਾਸ਼ ਸਰੂਪ ਹੈ। ਲਾਲ ਰਤਾ ਮੇਰਾ ਮਨ ਧੀਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਉਸ ਦੇ ਪਿਆਰ ਵਿੱਚ ਰੰਗਿਆ ਹੋਇਆ ਸਾਡਾ ਮਨ ਧੀਰਜਤਾ ਦੇ ਸਹਿਤ ਹੋਇਆ ਹੈ। ਕਥਨੀ ਕਹੇ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਮਹਾਰਾਜ ਜੀ ਕਹਿਣ ਲੱਗੇ, ਕਥਨੀ ਕਹੇ ਕਹੇ ਸੇ ਮੂਏ, ਜਿਹੜੇ ਮਾਇਆ ਦੀ ਇੱਛਾ ਕਰਕੇ ਕਥਾ ਦੀ ਕਥਨੀ, ਕਥਾ ਦੀ ਵਿਆਖਿਆ ਨੂੰ ਕਰਦੇ ਹਨ। ਕਥਨੀ ਕਹੇ ਕਹੇ ਸੇ ਮੂਏ, ਕਿ ਜਿਹੜੇ ਮਾਇਆ ਦੀ ਇੱਛਾ ਕਰਕੇ ਕਥਾ ਦੀ ਕਥਨੀ ਵਿਆਖਿਆ ਨੂੰ ਕਰਦੇ ਹਨ, ਕਹਿੰਦੇ ਹਨ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਉਹ ਕਹਿਣ ਵਾਲੇ ਕਹਿੰਦੇ ਕਹਿੰਦੇ ਹੀ ਮੂਏ ਮਰ ਗਏ ਹਨ। ਪਰੰਤੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਮਹਾਰਾਜ ਜੀ ਸਮਝਾ ਰਹੇ ਹਨ, ਕਥਨੀ ਕਹੇ ਕਹੇ ਸੇ ਮੂਏ, ਜਿਹੜੇ ਮਾਇਆ ਦੀ ਇੱਛਾ ਕਰਕੇ ਕਥਾ ਦੀ ਵਿਆਖਿਆ ਨੂੰ ਕਹਿੰਦੇ ਹਨ, ਉਹ ਕਹਿਣ ਵਾਲੇ ਕਹਿੰਦੇ ਕਹਿੰਦੇ ਮੂਏ ਮਰ ਗਏ। ਪਰੰਤੂ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਕਿ ਪਰੰਤੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਵੇਦਾਂ ਸ਼ਾਸਤਰਾਂ ਦੀਆਂ ਕਈਆਂ ਹੋਈਆਂ ਕਥਨੀਆਂ ਨੂੰ ਜਿਹੜੇ ਲੋਕ ਕਹਿੰਦੇ ਹਨ,
ਉਹ ਅੰਤ ਨੂੰ ਮਾਇਆ ਦੇ ਮੋਹ ਵਿੱਚ ਹੀ ਫਸ ਕੇ ਮੂਏ ਮਰ ਜਾਂਦੇ ਹਨ। ਹੇ ਅਧਿਕਾਰੀ, ਤੂੰ ਨਿਸ਼ਚੇ ਕਰਕੇ ਜਿਹੜੇ ਮਾਇਆ ਵਾਸਤੇ ਕਥਨੀ ਕਹਿੰਦੇ ਹਨ ਉਹ ਤਾਂ ਕਹੀ ਹੀ ਜਾਂਦੇ ਹਨ, ਪਰੰਤੂ ਜਿਹੜੇ ਪਰਮਾਰਥ ਦੀ ਪ੍ਰਾਪਤੀ ਵਾਸਤੇ ਕਹਿੰਦੇ ਹਨ ਉਹ ਜੀਵਤ ਭਾਅ ਤੋਂ ਮਰ ਜਾਂਦੇ ਹਨ। ਹੇ ਅਧਿਕਾਰੀ, ਉਸ ਪ੍ਰਭੂ ਉਹ ਪਰਮੇਸ਼ਰ, ਉਹ ਪ੍ਰਭੂ ਤੇਰੇ ਕੋਲੋਂ ਕਿਤੇ ਦੂਰ ਨਹੀਂ ਹੈ। ਤੂੰ ਖੁਦ ਹੀ ਉਸ ਅਕਾਲ ਪੁਰਖ ਦਾ ਸਰੂਪ ਹੈ, ਭਾਵ ਵਾਸਤਵ ਵਿੱਚ ਤੇਰਾ ਸੁੱਧ ਸਰੂਪ ਬ੍ਰਹਮ ਹੀ ਹੈ। ਤੂੰ ਹੈ ਤੋਏ ਭਾਵ ਜੀਵ ਦਾ ਲੱਖ ਅਰਥ ਆਸਪਦ ਰੂਪੀ ਬ੍ਰਹਮ ਦਾ ਹੀ ਰੂਪ ਹੈ। ਇਸ ਕਰਕੇ ਉਹ ਬ੍ਰਹਮ ਜੀਵ ਨਾਲੋਂ ਕਿਤੇ ਦੂਰ ਨਹੀਂ ਹੈ, ਭਾਵ ਘਟਾਂ ਘਟਾਂ ਵਿੱਚ ਵਿਆਪਕ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਇਹ ਸਭ ਸਾਰਾ ਜਗਤ ਸੰਸਾਰ ਮਾਇਆ ਅਤੇ ਛਾਇਆ ਅਵਿਦਿਆ ਵਿੱਚ ਫਸਿਆ ਹੋਇਆ ਹੈ। ਸਭ ਜਗ ਦੇਖਿਆ ਮਾਇਆ ਛਾਇਆ ਕਿ ਇਹ ਸਾਰਾ ਜਗ ਸੰਸਾਰ ਮਾਇਆ ਅਤੇ ਛਾਇਆ ਅਵਿਦਿਆ ਵਿੱਚ ਫਸਿਆ ਹੋਇਆ ਦੇਖੀਂਦਾ ਹੈ। ਮਾਇਆ ਕਰਕੇ ਈਸ਼ਵਰ ਕਹਾਉਂਦਾ ਹੈ ਅਤੇ ਛਾਇਆ ਅਵਿਦਿਆ ਕਰਕੇ ਜੀਵ ਕਹਾਉਂਦਾ ਹੈ। ਇਉਂ ਸਾਰਾ ਜਗਤ ਮਾਇਆ ਸਬਲ ਈਸ਼ਰ ਦੀ ਬਾਜੀ ਵਿੱਚ ਫਸਿਆ ਪਿਆ ਹੈ। ਜਦੋਂ ਮਾਇਆ ਵਿੱਚ ਚੇਤਨ ਦਾ ਛਾਇਆ ਪ੍ਰਤੀਬਿੰਬ ਪਿਆ ਤਾਂ ਈਸ਼ਵਰ ਰੂਪ ਹੋ ਕੇ ਸਾਰਾ ਜਗਤ ਰਚਿਆ। ਅਵਿਦਿਆ ਵਿੱਚ ਪ੍ਰਤੀਬਿੰਬ ਪੈਣ ਤੋਂ ਜੀਵ ਕਹਾਇਆ। ਇਉਂ ਸਾਰਾ ਜਗਤ ਵੇਖਣਾ ਕੀਤਾ ਹੈ। ਨਾਨਕ ਗੁਰਮਤਿ ਨਾਮ ਧਿਆਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰਮਤਿ ਗੁਰੂ ਦੀ ਸਿੱਖਿਆ ਪ੍ਰਾਪਤ, ਜਿਨ੍ਹਾਂ ਨੂੰ ਗੁਰਮਤਿ ਗੁਰੂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਉਹਨਾਂ ਨੇ ਹੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਉਹ ਮਾਇਆ ਛਾਇਆ ਜਾਂ ਜੀਵ ਇਸ ਦੇ ਭੇਦ ਵਿੱਚ ਨਹੀਂ ਫਸਦੇ। ਆਸਾ ਮਹੱਲਾ ਪਹਿਲਾ। ਤੇ ਤੁਕਾ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਕਿਸ ਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਧਰੇ ਧਿਆਨ। ਤੁਝ ਤੇ ਵੱਡਾ ਨਾਹੀ ਕੋਏ, ਕਿਸ ਦੇ ਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਉ। ਬਾਟ ਨਾ ਪਾਓ ਬੀਗਾ ਜਾਓ, ਦਰਗਹਿ ਬੈਸਣ ਨਾਹੀ ਥਾਉ। ਮਨ ਕਾ ਅੰਧਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੈ ਨਿਤ ਕੰਧ। ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰੈ ਸਾਸ ਗਿਰਾਸ। ਅਹਨਿਸ ਅੰਧਲੇ ਦੀਪਕ ਦੇ, ਭੋਜਨ ਡੂਬਤ ਚਿੰਤ ਕਰੇ। ਕਹੇ ਸੁਣਹਿ ਜੋ ਮਾਨਹਿ ਨਾਉ, ਹਉ ਬਲਹਾਰੈ ਤਾਂ ਕਹਿ ਜਾਉ। ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰੈ ਪਾਸ। ਜਾਂ ਤੂੰ ਦੇਹ ਜਪੀ ਤੇਰਾ ਨਾਉ, ਦਰਗਹਿ ਬੈਸਣ ਹੋਵੈ ਥਾਉ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਬਸੈ ਆਏ। ਨਾਦਰ ਕਰੇ ਤਾਂ ਸਤਿਗੁਰ ਮਿਲੈ, ਪਰਣਵਤ ਨਾਨਕ ਭਾਵ ਜਲ ਤਰੈ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਆਸਾ ਰਾਗ ਦੇ ਅੰਦਰ ਸਮਝਾ ਰਹੇ ਹਨ ਗੁਰਬਾਣੀ ਦੁਆਰਾ। ਤੇ ਤੁਕਾਂ ਤਿੰਨ ਤੁਕਾਂ ਵਾਲੇ ਸ਼ਬਦ ਆਉਣਗੇ। 3 ਪੰਗਤੀਆਂ ਦਾ ਇੱਕ ਸ਼ਬਦ ਆਏਗਾ ਕਿ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਕੋਈ ਭੀਖਕ ਭਿਖਾਰੀ ਬਣ ਕੇ ਭਿੱਖਿਆ ਮੰਗ ਕੇ ਲਈ ਹੋਈ ਅੰਨ ਆਦਿਕ ਵਸਤੂ ਨੂੰ ਖਾਂਦਾ ਹੈ।
ਦੁਨੀਆ ਦੇ ਵਿੱਚ ਕਿ ਕੋਈ ਭੀਖਕ ਭਿਖਾਰੀ ਬਣ ਕੇ ਭਿਖਿਆ ਮੰਗ ਕੇ ਲਈ ਹੋਈ ਅੰਨ ਆਦਿਕ ਵਸਤੂ ਨੂੰ ਖਾਂਦਾ ਹੈ। ਕੋਈ ਰਾਜਾ ਰਹਿਆ ਸਮਾਏ, ਕੋਈ ਰਾਜਾ ਪਾਤਸ਼ਾਹ ਹੋ ਕੇ ਆਪਣੇ ਰਾਜ ਪੁਣੇ ਵਿੱਚ ਹੀ ਸਮਾਇਆ ਭਾਵ ਮਸਤ ਹੋ ਰਿਹਾ ਹੈ। ਇਸੇ ਪ੍ਰਕਾਰ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਇਸੇ ਪ੍ਰਕਾਰ ਕੋਈ ਭੀਖਕ ਮੰਗਤੇ ਦੀ ਨਿਆਈ ਅਧਿਕਾਰੀ ਹੋ ਕੇ ਗੁਰਾਂ ਦੇ ਪਾਸੋਂ ਨਾਮ ਦੀ ਭਿਖਿਆ ਮੰਗਦਾ ਹੈ ਭਾਵ ਨਾਮ ਜਪਣਾ ਕਰਦਾ ਹੈ। ਕੋਈ ਰਾਜਾ ਰਹਿਆ ਸਮਾਏ, ਕੋਈ ਰਾਜੇ ਦੀ ਨਿਆਈ ਬ੍ਰਹਮ ਗਿਆਨੀ ਹੋ ਕੇ ਪਰਮੇਸ਼ਰ ਦੇ ਸਰੂਪ ਵਿੱਚ ਸਮਾਏ ਸਮਾ ਜਾਂਦਾ ਹੈ, ਅਭੇਦ ਹੋ ਰਿਹਾ ਹੈ। ਕਿਸ ਹੀ ਮਾਨ ਕਿਸੈ ਅਪਮਾਨ, ਕਿਸੇ ਰਾਜੇ ਆਦਿਕ ਦਾ ਲੋਕ ਹੀ ਕੇਵਲ ਮਾਨ ਸਤਿਕਾਰ ਕਰੀ ਜਾਂਦੇ ਹਨ। ਕਿਸੈ ਅਪਮਾਨ, ਕਿਸੇ ਭਿਖਾਰੀ ਦਾ, ਕਿਸੇ ਮੰਗਤੇ ਆਦਿਕ ਦਾ ਅਪਮਾਨ ਨਿਰਾਦਰ ਕਰੀ ਜਾਂਦੇ ਹਨ। ਕਿਸ ਹੀ ਮਾਨ ਕਿਸੈ ਅਪਮਾਨ, ਕਿਸੇ ਸਿੱਖ ਨੂੰ ਗੁਰੂ ਸਾਹਿਬ ਜੀ ਨਿਸ਼ਚੇ ਕਰਕੇ ਬ੍ਰਹਮ ਗਿਆਨ ਦੇਣ ਰੂਪੀ ਮਾਨ ਸਤਿਕਾਰ ਬਖਸ਼ਿਸ਼ ਕਰਦੇ ਹਨ ਅਤੇ ਕਿਸੇ ਸਿੱਖ ਨੂੰ ਪਰਖਣ ਵਾਸਤੇ ਅਪਮਾਨ ਹੰਕਾਰ ਦੀ ਨਿਵਰਤੀ ਲਈ ਤੇ ਅਪਮਾਨ ਤ੍ਰਿਸਕਾਲ ਕਰਾਉਂਦੇ ਹਨ। ਹੇ ਭਾਈ, ਕਿਸ ਹੀ ਮਾਨ ਕਿਸੈ ਅਪਮਾਨ ਕਿ ਰਾਜੇ ਭਿਖਾਰੀ ਅਤੇ ਮਾਨ ਅਪਮਾਨ ਨੂੰ ਤਿਆਗ ਕੇ ਢਾਹੇ ਉਸਾਰੇ ਧਰੇ ਧਿਆਨ, ਕਿ ਰਾਜੇ ਭਿਖਾਰੀ ਅਤੇ ਮਾਨ ਅਪਮਾਨ ਨੂੰ ਤਿਆਗ ਕੇ ਜੋ ਸਾਰੇ ਬ੍ਰਹਿਮੰਡ ਨੂੰ ਢਾਹੇ ਡੇਗ ਕੇ ਭਾਵ ਪਰਲੋਂ ਕਰਕੇ ਫੇਰ ਉਸਾਰਨ ਵਾਲਾ ਪਰਮੇਸ਼ਰ ਹੈ। ਜੋ ਭਿਖਾਰੀ ਹੈ, ਚਾਹੇ ਰਾਜਾ ਹੈ, ਚਾਹੇ ਸੰਸਾਰ ਹੈ, ਕਿ ਸਾਰਾ ਬ੍ਰਹਿਮੰਡ ਹੈ। ਕਿ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਰਾਜੇ ਭਿਖਾਰੀ ਅਤੇ ਮਾਨ ਅਪਮਾਨ ਨੂੰ ਤਿਆਗ ਕੇ ਜੋ ਸਾਰੇ ਬ੍ਰਹਿਮੰਡ ਨੂੰ ਢਾਹੇ ਡੇਗ ਕੇ ਭਾਵ ਪਰਲੋਂ ਕਰਕੇ ਫਿਰ ਉਹ ਪਰਮੇਸ਼ਰ ਉਸਾਰਨ ਵਾਲਾ ਉਹ ਪਰਮਾਤਮਾ ਹੈ। ਉਸ ਦੇ ਧਰੇ ਧਿਆਨ, ਉਸ ਦੇ ਚਿੰਤਨ ਨੂੰ ਹਿਰਦੇ ਵਿੱਚ ਧਾਰਨ ਕਰੇ ਭਾਵ ਚਿੱਤ ਦੀ ਬਿਰਤੀ ਨੂੰ ਚਾਰੇ ਪਾਸਿਓਂ ਰੋਕ ਕੇ ਪਰਮੇਸ਼ਰ ਵੱਲ ਜੋੜਨਾ ਕਰੇ। ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦਾ ਧਿਆਨ ਧਾਰਦਾ ਹੈ, ਉਸ ਦੇ ਉਸਰੇ ਹੋਏ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਵਿਕਾਰਾਂ ਨੂੰ ਪਰਮੇਸ਼ਰ ਆਪ ਢਾਹ ਲੈਂਦਾ ਹੈ ਭਾਵ ਨਿਵਰਤ ਕਰ ਦਿੰਦਾ ਹੈ ਅਤੇ ਜੋ ਢਾਹੇ ਹੋਏ ਸਤ, ਸੰਤੋਖ, ਦਇਆ, ਧਰਮ ਆਦਿ ਸਨ ਉਹਨਾਂ ਨੂੰ ਹਿਰਦੇ ਵਿੱਚ ਉਸਾਰ ਦਿੰਦਾ ਹੈ। ਤੁਝ ਤੇ ਵੱਡਾ ਨਾਹੀ ਕੋਏ, ਹੇ ਪਰਮੇਸ਼ਰ, ਤੁਝ ਤੇਰੇ ਤੋਂ ਵੱਡਾ ਵਿਸਥਾਰ ਵਾਲਾ ਹੋਰ ਕੋਈ ਨਹੀਂ ਹੈ। ਕਿਸ ਵਿਖਾਲੀ ਚੰਗਾ ਹੋਏ, ਜਦੋਂ ਤੁਸੀਂ ਸਾਡੀ ਸਾਰੀ ਹਾਲਤ ਨੂੰ ਜਾਣਦੇ ਹੋ ਫਿਰ ਅਸੀਂ ਚੰਗਾ ਭਲਾ ਸ੍ਰੇਸ਼ਟ ਹੋ ਕੇ ਕਿਸ ਨੂੰ ਵਿਖਾਉਣਾ ਕਰੀਏ। ਤੁਸੀਂ ਸਾਡੀ ਹਾਲਤ ਨੂੰ ਜਾਣਦੇ ਹੀ ਹੋ ਕਿ ਅਸੀਂ ਫਿਰ ਚੰਗਾ ਸ੍ਰੇਸ਼ਟ ਕਿਸ ਨੂੰ ਦਿਖਾਉਣਾ ਕਰੀਏ, ਤੁਸੀਂ ਦੇਖਣ ਵਾਲੇ ਹੀ ਹੋ। ਮਹਾਰਾਜ ਜੀ ਕਹਿਣ ਲੱਗੇ, ਮੈਂ ਤਾਂ ਨਾਮ ਤੇਰਾ ਆਧਾਰ। ਹੇ ਮਹਾਰਾਜ, ਮੈਂ ਸਾਨੂੰ ਤਾਂ ਕੇਵਲ ਤੁਹਾਡੇ ਨਾਮ ਦਾ ਹੀ ਆਧਾਰ ਆਸਰਾ ਹੈ। ਤੂੰ ਦਾਤਾ, ਕਿ ਤੁਸੀਂ ਦਾਤਾਂ ਦੇਣ ਵਾਲੇ ਅਤੇ ਕਰਨਹਾਰ ਕਰਤਾਰ ਅਤੇ ਜਗਤ ਨੂੰ ਪੈਦਾ ਕਰਨ ਵਾਲੇ ਹੋ। ਤੁਹਾਡੇ ਕਾਰ ਹੱਥਾਂ ਵਿੱਚ ਸਾਰਿਆਂ ਜੀਵਾਂ ਦੀ ਚੇਤਨ ਸੱਤਾ ਰੂਪੀ ਪਰਾਲਬਤ ਰੂਪੀ ਧਾਰ ਹੈ। ਤਾਰ ਕਰ ਹੁੰਦਾ ਹੈ ਹੱਥ, ਕਿ ਹੇ ਪਰਮੇਸ਼ਰ, ਤੁਹਾਡੇ ਹੱਥਾਂ ਵਿੱਚ ਸਾਰਿਆਂ ਜੀਵਾਂ ਦੀ ਚੇਤਨ ਸੱਤਾ ਰੂਪੀ ਤਾਰ ਪਰਾਲਬਤ ਰੂਪੀ ਤਾਰ ਹੈ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ, ਬਾਟ ਨਾ ਪਾਵੋ ਵੀਗਾ ਜਾਓ। ਹੇ ਮਹਾਰਾਜ, ਜੋ ਤੁਹਾਡੀ ਭਗਤੀ ਰੂਪੀ ਬਾਟ ਰਸਤੇ ਨੂੰ ਨਹੀਂ ਪਾਉਣਾ ਕਰਦੇ,
ਬਾਟ ਨਾ ਪਾਓ। हे ਮਹਾਰਾਜ, ਜੋ ਤੁਹਾਡੀ ਭਗਤੀ ਰੂਪੀ ਬਾਟ ਰਸਤੇ ਨੂੰ ਨਹੀਂ ਪਾਉਣਾ ਕਰਦੇ, ਉਹ ਬੀਗਾ ਜਾਓ। ਟੇਡੀਆਂ ਭਾਵ ਜੂਨਾਂ ਵਿੱਚ ਜਾਂਦੇ ਹਨ। ਇਸ ਕਰਕੇ ਦਰਗਹਿ ਬੈਸਣ ਨਾਹੀ ਥਾਓ। ਉਹਨਾਂ ਨੂੰ ਦਰਗਹਿ ਸੱਚਖੰਡ ਵਿੱਚ ਬੈਠਣ ਲਈ ਥਾਂ ਨਹੀਂ ਮਿਲਦਾ। ਜੋ ਤੁਹਾਡੀ ਭਗਤੀ ਰੂਪੀ ਰਸਤੇ ਨੂੰ ਨਹੀਂ ਪਾਉਣਾ ਕਰਦੇ, ਉਹ ਟੇਢੀਆਂ ਜੂਨਾਂ ਵਿੱਚ ਜਾਂਦੇ ਹਨ। ਇਸ ਕਰਕੇ ਉਹ ਦਰਗਾਹ ਵਿੱਚ ਸੱਚਖੰਡ ਵਿੱਚ ਬੈਠਣ ਲਈ ਥਾਂ ਨਹੀਂ ਮਿਲਦੀ ਉਹਨਾਂ ਨੂੰ। ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਮਨ ਕਾ ਅੰਧਲਾ। ਇਹ ਜੀਵ ਵਿਵੇਕ ਬੈਰਾਗ ਦੇ ਨੇਤਰਾਂ ਤੋਂ ਹੀਣਾ, ਮਨ ਦਾ ਅੰਧਲਾ, ਮਨ ਦਾ ਅੰਨਾ ਹੋ ਰਿਹਾ ਹੈ। ਮਨ ਕਾ ਅੰਧਲਾ, ਇਹ ਜੀਵ ਵਿਵੇਕ ਬੈਰਾਗ ਦੇ ਨੇਤਰਾਂ ਤੋਂ ਹੀਣਾ, ਮਨ ਦਾ ਅੰਨਾ ਹੋ ਰਿਹਾ ਹੈ। ਮਾਇਆ ਕਾ ਬੰਧ, ਜਿਸ ਕਰਕੇ ਮਾਇਆ ਦਾ ਭਰਮਾਇਆ ਹੋਇਆ ਜੰਮਣ ਮਰ ਰੂਪ ਬੰਧ ਬੰਧਨਾਂ ਵਿੱਚ ਪੈ ਗਿਆ ਹੈ। ਅਤੇ ਖੀਨ ਖਰਾਬ ਹੋਵੇ ਨਿਤ ਕੰਧ, ਅਤੇ ਨਿਤਾ ਪ੍ਰਤੀ ਹੀ ਉਹਨਾਂ ਦੇ ਕੰਧ, ਉਹਨਾਂ ਦੇ ਸਰੀਰ ਖਰਾਬ ਬੁਰੇ ਵਿਸ਼ਿਆਂ ਵਿੱਚ ਲੱਗਣ ਕਰਕੇ ਨਾਸ ਹੋ ਰਹੇ ਹਨ। ਮਹਾਰਾਜ ਜੀ ਕਥਨ ਕਰ ਰਹੇ ਹਨ ਕਿ ਇਹ ਜੀਵ ਵਿਵੇਕ ਬੈਰਾਗ ਦੇ ਨੇਤਰਾਂ ਤੋਂ ਹੀਣਾ, ਮਨ ਦਾ ਅੰਧਲਾ ਹੋ ਰਿਹਾ ਹੈ, ਅੰਨਾ ਹੋ ਰਿਹਾ ਹੈ, ਜਿਸ ਕਰਕੇ ਮਾਇਆ ਦਾ ਭਰਮਾਇਆ ਹੋਇਆ ਜੰਮਣ ਮਰ ਰੂਪੀ ਬੰਧਨਾਂ ਵਿੱਚ ਪੈ ਗਿਆ ਹੈ। ਅਤੇ ਨਿਤਾ ਪ੍ਰਤੀ ਹੀ ਉਹਨਾਂ ਦੇ ਸਰੀਰ ਬੁਰੇ ਵਿਸ਼ਿਆਂ ਵਿੱਚ ਲੱਗਣ ਕਰਕੇ ਨਾਸ ਹੋ ਰਹੇ ਹਨ। ਖਾਣ ਪੀਣ ਕੀ ਬਹੁਤੀ ਆਸ, ਜੀਵਾਂ ਨੇ ਪਦਾਰਥਾਂ ਦੇ ਖਾਣ ਤੇ ਸਰੀਰ ਕਰਕੇ ਸਦਾ ਜਿਉਣੇ ਰਹਿਣ ਦੀ ਬਹੁਤੀ ਜ਼ਿਆਦਾ ਆਸ ਉਮੀਦ ਲਾਈ ਹੋਈ ਹੈ। ਖਾਣ ਜੀਵਨ ਕੀ ਬਹੁਤੀ ਆਸ, ਜੀਵਾਂ ਨੇ ਪਦਾਰਥਾਂ ਦੇ ਖਾਣ ਤੇ ਸਰੀਰ ਕਰਕੇ ਸਦਾ ਜਿਉਣ ਦੀ ਬਹੁਤੀ ਜ਼ਿਆਦਾ ਆਸ ਉਮੀਦ ਲਾਈ ਹੋਈ ਹੈ। ਪਰੰਤੂ ਤੇਰਾ ਲੇਖੈ ਸਾਸ ਗਰਾਸ। ਪਰੰਤੂ ਹੈ ਮਹਾਰਾਜ, ਜੀਵਾਂ ਦੇ ਸਾਸ ਗਰਾਸ, ਸਵਾਸਾਂ ਦਾ ਅੰਦਰ ਬਾਹਰ ਆਉਣਾ ਜਾਣਾ, ਸਾਹ ਲੈਣੇ ਤੇ ਗਰਾਸ ਭੋਜਨ ਦੀ ਗਰਾਹੀ ਆਦਿਕ ਸਭ ਕੁਝ ਤੁਹਾਡੇ ਲੇਖੇ ਵਿੱਚ, ਤੁਹਾਡੇ ਹਿਸਾਬ ਕਿਤਾਬ ਵਿੱਚ ਹੈ। ਜਿੰਨੇ ਸਵਾਸ ਲੈਣੇ ਹਨ, ਜਿੰਨਾ ਭੋਜਨ ਛਕਣਾ ਹੈ, ਇਹ ਤੁਹਾਡੇ ਲੇਖੇ ਵਿੱਚ ਹਨ। ਅਹਨਿਸ ਅੰਧਲੇ ਦੀਪਕ ਦੇ, ਹੇ ਮਹਾਰਾਜ, ਅਹਨਿਸ ਰਾਤ ਦਿਨ ਵਿਵੇਕ ਬੈਰਾਗ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਜੀਵਾਂ ਨੂੰ ਗਿਆਨ ਰੂਪੀ ਦੀਵਾ ਦੇਣਾ ਕਰੋ। ਅਤੇ ਭੌਜਲ ਡੂਬਤ ਚਿੰਤ ਕਰੇ, ਅਤੇ ਭੌਜਲ ਭੈਦਾਇਕ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਹੋਇਆਂ ਨੂੰ ਬਚਾਉਣ ਲਈ, ਮੁਕਤ ਰੂਪੀ ਪਾਰਲੇ ਕਿਨਾਰੇ ਤੇ ਲਾਉਣ ਲਈ ਚਿੰਤ ਫਿਕਰ ਕਰੋ। ਮਹਾਰਾਜ, ਇਹ ਸੰਸਾਰ ਸਮੁੰਦਰ ਦੇ ਵਿੱਚ ਇਹ ਜੀਵ ਡੁੱਬ ਰਹੇ ਹਨ। ਇਹਨਾਂ ਨੂੰ ਪਾਰਲੇ ਕਿਨਾਰੇ ਤੇ ਲਾਉਣ ਲਈ ਚਿੰਤ ਕਰੋ, ਫਿਕਰ ਕਰਨਾ ਕਰੋ। ਕਰਹਿ ਸੁਣਹਿ ਸੋ ਮਾਨੇ ਨਾਉ। ਇਹ ਭਾਈ, ਜਿਹੜੇ ਪਰਮੇਸ਼ਰ ਦੇ ਨਾਉ ਨਾਮ ਨੂੰ ਰਸਨਾ ਦੁਆਰਾ ਕਹਿੰਦੇ ਹਨ, ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਹਨ, ਤੇ ਫਿਰ ਨਾਮ ਦਾ ਮੰਨਣ ਕਰਦੇ ਹਨ। ਹਉ ਬਲਿਹਾਰੈ ਤਾਂ ਕਹਿ ਜਾਓ। ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੁਆਰਾ ਕਹਿੰਦੇ ਹਨ, ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਹਨ, ਫਿਰ ਨਾਮ ਦਾ ਮੰਨਣ ਕਰਦੇ ਹਨ। ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਨਾਨਕ ਏਕ ਕਹਿ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਇੱਕ ਅਰਦਾਸ ਬੇਨਤੀ ਕਰਦੇ ਹਾਂ। ਜੀਉ ਪਿੰਡ ਸਭ ਤੇਰੇ ਪਾਸ। ਸਾਡਾ ਜੀਉ ਜੀ ਅਤੇ ਪਿੰਡ ਸਰੀਰ ਸਾਰਾ ਕੁਝ ਤੁਹਾਡੇ ਪਾਸ, ਤੁਹਾਡੇ ਕੋਲ ਅਰਪਣ ਕਰਦੇ ਹਾਂ।
ਇਹ ਸਾਡੀ ਅਰਦਾਸ ਹੈ ਕਿ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਨੂੰ ਆਪਣੇ ਨਾਲ ਜੋੜਨਾ ਕਰੋ। ਜਾਂ ਤੂੰ ਦੇ ਜਪੀ ਤੇਰਾ ਨਾਉ, ਹੇ ਮਹਾਰਾਜ ਜਦ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਦੇਵੋ ਤਾਂ ਹੀ ਤੇਰਾ ਤੁਹਾਡਾ ਨਾਮ ਜਪਣਾ ਕਰਾਂ। ਜਾਂ ਤੂੰ ਦੇ ਜਪੀ ਤੇਰਾ ਨਾਉ, ਹੇ ਮਹਾਰਾਜ ਜਦੋਂ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੇਣਾ ਕਰੋ ਤਾਂ ਹੀ ਤੁਹਾਡਾ ਨਾਮ ਜਪਣਾ ਕਰਾਂ। ਦਰਗਹਿ ਬੈਸਣ ਹੋਵੇ ਥਾਉ, ਕਿ ਸਾਨੂੰ ਦਰਗਹਿ ਸੱਚਖੰਡ ਵਿੱਚ ਬੈਠਣ ਲਈ ਥਾਂ ਪ੍ਰਾਪਤ ਹੋ ਜਾਵੇ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਹੇ ਮਹਾਰਾਜ ਜਦੋਂ ਤੁਹਾਨੂੰ ਭਾ ਜਾਈਏ, ਤੁਹਾਨੂੰ ਚੰਗੇ ਲੱਗੀਏ, ਤਦੋਂ ਹੀ ਦੁਰਮਤ ਖੋਟੀ ਮਤ ਨਾਸ ਹੋ ਜਾਂਦੀ ਹੈ। ਗਿਆਨ ਰਤਨ ਮਨ ਬਸੈ ਆਏ, ਗਿਆਨ ਰੂਪੀ ਰਤਨ, ਗਿਆਨ ਅਤੇ ਰਤਨ ਬੈਰਾਗ ਹਿਰਦੇ ਵਿੱਚ ਆ ਕੇ ਬਸ ਜਾਂਦਾ ਹੈ। ਹੇ ਮਹਾਰਾਜ ਜਦੋਂ ਤੁਹਾਨੂੰ ਚੰਗੇ ਲੱਗੀਏ ਤਦੋਂ ਹੀ ਖੋਟੀ ਮਤ ਨਾਸ ਹੋ ਜਾਂਦੀ ਹੈ। ਗਿਆਨ ਰੂਪੀ ਰਤਨ ਅਤੇ ਗਿਆਨ ਬੈਰਾਗ ਹਿਰਦੇ ਵਿੱਚ ਆ ਕੇ ਬਸ ਜਾਂਦਾ ਹੈ। ਨਾਦਰ ਕਰੇ ਤਾਂ ਸਤਿਗੁਰ ਮਿਲੈ, ਪਰਣਵਤ ਨਾਨਕ ਭਵ ਜਲ ਤਰੈ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਹੇ ਭਾਈ, ਜੇਕਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ ਤਦ ਹੀ ਪੂਰਨ ਸਤਿਗੁਰੂ ਸਾਹਿਬ ਜੀ ਮਿਲਦੇ ਹਨ। ਜੋ ਪੂਰਨ ਗੁਰੂ ਮਿਲਦਾ ਹੈ ਉਹ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਉਸ ਪਰਮੇਸ਼ਰ ਨੂੰ ਸਾਡੀ ਪਰਣਵਤ ਨਮਸਕਾਰ ਹੈ, ਜਿਸ ਦੀ ਕਿਰਪਾ ਦੁਆਰਾ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਬਾਣੀ ਦੁਆਰਾ ਵਿਚਾਰ ਹੋਈ ਹੈ। ਵਿਚਾਰ ਕਰਦਿਆਂ ਤੋਂ, ਗੁਰਬਾਣੀ ਪੜ੍ਹਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ